ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ ਭਾਗ ਦੂਜਾ। ਜਦੋਂ ਤੱਕ ਔਰਤ ਆਪਣੇ ਆਪ ਬਾਰੇ ਨਹੀਂ ਸੋਚਦੀ, ਉਹ ਵਿਕਾਸ ਨਹੀਂ ਕਰਦੀ। ਪਤੀ ਅਤੇ ਪਰਿਵਾਰ ਲਈ ਸੋਚਣਾ ਉਸ ਦਾ ਕਰਤੱਵ ਹੋਣਾ ਚਾਹੀਦਾ ਹੈ। ਆਪਣੇ ਆਪ ਬਾਰੇ ਸੋਚਣਾ ਉਸ ਦਾ ਸ਼ੌਕ ਹੋਣਾ ਚਾਹੀਦਾ ਹੈ। ਵਿਦਵਾਨ ਦੀ ਦਿਲਚਸਪੀ ਵਿਅਕਤੀਆਂ ਨਾਲੋਂ ਵਿਚਾਰਾਂ, ਸਿਧਾਂਤਾਂ ਅਤੇ ਪੁਸਤਕਾਂ ਵਿੱਚ ਵਧੇਰੇ ਹੁੰਦੀ ਹੈ। ਔਰਤ ਵੀ ਬੜੀ ਸ਼ਕਤੀਸ਼ਾਲੀ ਹੁੰਦੀ ਹੈ, ਪਰ ਉਸ ਕੋਲ ਤਲਵਾਰ ਵਾਲੀ ਤਾਕਤ ਨਹੀਂ ਹੁੰਦੀ। ਇਹ ਮਮਤਾ ਦੀ ਤਾਕਤ ਹੁੰਦੀ ਹੈ। ਤਲਵਾਰ ਵਾਲੀ ਤਾਕਤ ਜ਼ਖਮੀ ਕਰਦੀ ਹੈ, ਮਮਤਾ ਵਾਲੀ ਤਾਕਤ ਜ਼ਖਮੀ ਦੀ ਦੇਖਭਾਲ ਕਰਦੀ ਹੈ। ਨਕਲ ਕਰਨ ਦੀ ਆਦਤ ਕਮਜ਼ੋਰੀ ਵਿੱਚੋਂ ਉਪਜਦੀ ਹੈ ਅਤੇ ਨਕਲ ਕਰਨ ਵਾਲੇ ਨੂੰ ਹੋਰ ਕਮਜ਼ੋਰ ਕਰਦੀ ਹੈ। ਪਿਤਾ ਧੀਆਂ ਦੇ ਹੀ ਵਿਆਹ ਕਰਦਾ ਹੈ, ਪੁੱਤਰਾਂ ਦੇ ਹੋ ਜਾਂਦੇ ਹਨ। ਕੋਈ ਕਹਿ ਰਿਹਾ ਸੀ, ਉਹਨਾਂ ਦੇ ਪੈਰਾਂ 'ਤੇ ਮੈਂ ਸਿਰ ਵੀ ਰੱਖਿਆ, ਪਰ ਮੁਆਫ਼ੀ ਦੇ ਕੇ ਉਹਨਾਂ ਨੂੰ ਵੱਡਾ ਬਣਨਾ ਨਹੀਂ ਆਇਆ। ਅਸੀਂ ਉਮਰ ਦੀ ਆਪਣੀ ਆਪਣੀ ਪੌੜੀ ਨਾਲ ਬੰਨ੍ਹੇ ਹੋਏ ਹਾਂ। ਹੁਣ ਕਿਸੇ ਨੂੰ ਆਪਣੇ ਦਰਦ ਦੱਸਣੇ ਸੰਭਵ ਨਹੀਂ ਰਹੇ, ਕਿਉਂਕਿ ਅੱਗੋਂ ਦੁੱਗਣੇ ਤਿੱਗਣੇ ਸੁਣਨੇ ਪੈਂਦੇ ਹਨ। ਨਫ਼ਰਤ ਤਿਆਗ ਦਿਓ, ਪਿਆਰ ਕਰਨਾ ਆਪੇ ਆ ਜਾਵੇਗਾ। ਬੇਈਮਾਨੀ ਛੱਡ ਦਿਓ, ਇਮਾਨਦਾਰੀ ਆਪੇ ਜਨਮ ਲੈ ਲਵੇਗੀ। ਧੋਖਾ ਤਿਆਗ ਦਿਓ, ਹਮਦਰਦੀ ਜਾਗ ਪਏਗੀ। ਬੁਰਾਈਆਂ ਛੱਡਣ ਨਾਲ ਕਰਮ ਚੰਗੇ ਹੋ ਜਾਣਗੇ। ਆਲਸ ਨੂੰ ਤਿਲਾਂਜਲੀ ਦੇ ਦਿਓ, ਹਿੰਮਤ ਕਹੇਗੀ ਮੈਂ ਤਿਆਰ ਹਾਂ। ਅਧਿਕ ਪਿਆਰ ਕਰਨ ਵਾਲੀ ਇਸਤਰੀ ਪੁਰਸ਼ 'ਤੇ ਨਿਰਭਰ ਕਰਨ ਲੱਗ ਪੈਂਦੀ ਹੈ ਅਤੇ ਹੋਰ ਕਮਜ਼ੋਰ ਹੋ ਜਾਂਦੀ ਹੈ। ਪਿਆਰ ਚੰਗੀ ਗੱਲ ਹੈ, ਪਰ ਕਿਸੇ 'ਤੇ ਆਸ਼ਰਿਤ ਹੋਣਾ ਚੰਗੀ ਗੱਲ ਨਹੀਂ। ਆਪਣੀ ਸੁਤੰਤਰਤਾ ਬਣਾਈ ਰੱਖਣੀ ਅਤੇ ਉਸ ਦੀ ਰਾਖੀ ਕਰਨੀ ਬੜੀ ਜ਼ਰੂਰੀ ਹੁੰਦੀ ਹੈ। ਈਦ ਵਾਲੀਆਂ ਜੱਫੀਆਂ ਫੋਟੋਆਂ ਖਿਚਵਾਉਣ ਲਈ ਹੁੰਦੀਆਂ ਹਨ। ਸੰਸਾਰ ਅਤੇ ਸਮਾਜ ਸੋਹਣੀ ਇਕੱਲੀ ਇਸਤਰੀ ਬਾਰੇ ਚੰਗਾ ਨਹੀਂ ਸੋਚਦਾ, ਇਸ ਲਈ ਉਹ ਕਿਸੇ ਪੁਰਸ਼ ਨੂੰ ਪਤੀ ਬਣਾਉਣ ਲਈ ਮਜਬੂਰ ਹੋ ਜਾਂਦੀ ਹੈ। ਸ਼ੀਆ ਅਤੇ ਸੁੰਨੀ 14 ਸਦੀਆਂ ਪਹਿਲਾਂ ਵੱਖ ਹੀ ਹੋਏ ਸਨ, ਹੁਣ ਤਾਂ ਜਾਨੀ ਦੁਸ਼ਮਣ ਵੀ ਹਨ। ਇਸਤਰੀ ਸ਼ਕਤੀਸ਼ਾਲੀ ਉਦੋਂ ਬਣਦੀ ਹੈ ਜਦੋਂ ਉਹ ਜਿਸ ਮਰਦ ਨੂੰ ਪਿਆਰ ਕਰਦੀ ਹੈ ਉਸ ਤੋਂ ਬਾਹਰ ਵੀ ਸੋਚਦੀ ਹੈ। ਉਹ ਸੁਤੰਤਰ ਉਦੋਂ ਹੁੰਦੀ ਹੈ ਜਦੋਂ ਆਪਣੇ ਬਾਰੇ ਸੋਚਦੀ ਹੈ। ਪ੍ਰੇਮੀ ਅਤੇ ਪ੍ਰੇਮਿਕਾ ਸਮਝਦੇ ਹਨ ਕਿ ਉਹਨਾਂ ਦਾ ਪਿਆਰ ਸਿੱਧੀ ਰੇਖਾ ਵਰਗਾ ਹੈ, ਪਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇਹ ਸਿੱਧੀ ਰੇਖਾ ਤਿਕੋਣ ਬਣ ਜਾਂਦੀ ਹੈ। ਜੇ ਕੋਈ ਬੁਲਾਏ ਜਾਣ 'ਤੇ ਆਪਣੀ ਮਹਿਬੂਬ ਨੂੰ ਮਿਲਣ ਜਾਂਦਾ ਹੈ ਤਾਂ ਦਿਲ ਤਾਂ ਪਹਿਲਾਂ ਹੀ ਅਪੜਿਆ ਹੁੰਦਾ ਹੈ, ਸਰੀਰ ਨਹੀਂ ਪਹੁੰਚਣਾ ਹੁੰਦਾ ਹੈ। ਪੁਰਸ਼ ਦਾ ਮੁੱਖ ਕੰਮ ਕਿਸੇ ਇਸਤਰੀ ਨੂੰ ਹਰ ਵੇਲੇ ਪਿਆਰ ਕਰਨਾ ਨਹੀਂ ਹੁੰਦਾ। ਕੁਝ ਨਵਾਂ ਚੰਗੇਰਾ ਕਰਕੇ ਸੰਸਾਰ ਦੇ ਅਤੇ ਆਪਣੇ ਵਸੀਲਿਆਂ ਵਿੱਚ ਵਾਧਾ ਕਰਨਾ ਵੀ ਹੁੰਦਾ ਹੈ। ਇਸਤਰੀ ਦਾ ਸਾਥ ਅਤੇ ਪਿਆਰ ਉਸ ਲਈ ਇਨਾਮ ਅਤੇ ਤੋਹਫ਼ਾ ਹੋਣਾ ਚਾਹੀਦਾ ਹੈ, ਉਸ ਦਾ ਰੁਜ਼ਗਾਰ ਨਹੀਂ। ਪੂਰੀ ਚੀਜ਼ ਨਾਲੋਂ ਅਧੂਰੀ ਚੀਜ਼ ਵਿੱਚ ਵਧੇਰੇ ਪਰਿਵਰਤਨ ਵਾਪਰਦੇ ਹਨ। ਅਧੂਰਾ ਚਿੱਤਰ ਚਿੱਤਰਕਾਰ ਨੂੰ ਵਿਗਾੜਦਾ ਰਹਿੰਦਾ ਹੈ ਅਤੇ ਚਿੱਤਰਕਾਰ ਅਧੂਰੇ ਚਿੱਤਰ ਨਾਲ ਛੇੜਛਾੜ ਕਰਦਾ ਰਹਿੰਦਾ ਹੈ ਅਤੇ ਉਹ ਚਿੱਤਰ ਕੁਝ ਦਾ ਕੁਝ ਬਣ ਜਾਂਦਾ ਹੈ। ਜੇ ਉਦੇਸ਼ ਮਨ ਭਾਉਂਦਾ ਹੋਵੇ ਤਾਂ ਜੱਦੋ ਜਹਿਦ ਮੁਹੱਬਤ ਹੋ ਨਿਬੜਦੀ ਹੈ। ਇਸਤਰੀ ਜਦੋਂ ਆਪਣੀ ਆਜ਼ਾਦੀ ਤਿਆਗ ਕੇ ਕਿਸੇ ਪੁਰਸ਼ ਦੇ ਪਿੱਛੇ ਤੁਰਨ ਲੱਗ ਪੈਂਦੀ ਹੈ ਤਾਂ ਉਹ ਬੜੀ ਜਲਦੀ ਥੱਕ ਜਾਂਦੀ ਹੈ। ਪਰੰਪਰਾਵਾਂ ਰਾਤੋਂ ਰਾਤ ਨਹੀਂ ਬਦਲਦੀਆਂ, ਕਿਉਂਕਿ ਜੋ ਸੌਖਿਆ ਬਦਲ ਜਾਵੇ ਉਹ ਪਰੰਪਰਾ ਨਹੀਂ ਹੁੰਦੀ। ਜੇਲ੍ਹ ਵਿੱਚ ਮੁਲਾਕਾਤ ਹਫ਼ਤੇ ਜਾਂ ਮਹੀਨੇ ਵਿੱਚ ਇੱਕ ਵਾਰ ਵਾਪਰਦੀ ਹੈ, ਸੋ ਉੱਥੇ ਵਕਤ ਘੰਟਿਆਂ ਦਿਨਾਂ ਅਨੁਸਾਰ ਨਹੀਂ ਚੱਲਦਾ, ਇੱਕ ਮੁਲਾਕਾਤ ਤੋਂ ਦੂਜੀ ਮੁਲਾਕਾਤ ਅਨੁਸਾਰ ਚੱਲਦਾ ਹੈ।
ਇਸਤਰੀ ਆਪਣੇ ਵਿਸ਼ਵਾਸ ਦਾ ਟੁੱਟਣਾ ਬਰਦਾਸ਼ਤ ਨਹੀਂ ਕਰ ਸਕਦੀ। ਉਸ ਦਾ ਸਭ ਤੋਂ ਵੱਡਾ ਵਿਸ਼ਵਾਸ ਹੁੰਦਾ ਹੈ ਕਿ ਉਹ ਆਪਣੇ ਪਤੀ ਦੀ ਜ਼ਿੰਦਗੀ ਹੈ। ਸ਼ਹਿਰਾਂ ਰਾਜਧਾਨੀਆਂ ਵਿੱਚ ਮਾਨਸਿਕ ਅਤੇ ਰਾਜਨੀਤਿਕ ਦੁਚਿੱਤੀਆਂ ਅਤੇ ਉਲਝਣਾਂ ਹੁੰਦੀਆਂ ਹਨ। ਪਿੰਡਾਂ ਕਸਬਿਆਂ ਵਿੱਚ ਧਾਰਮਿਕ ਟਕਰਾਓ, ਇਸਤਰੀ ਪ੍ਰਤੀ ਵਿਤਕਰਾ ਅਤੇ ਜਾਤ ਪਾਤੀ ਖਿੱਚੋਤਾਣ ਹੁੰਦੀ ਹੈ। ਪਰੰਪਰਾਗਤ ਕਦਰਾਂ ਕੀਮਤਾਂ ਵਾਲੇ ਕਈ ਜੋੜੇ ਬੜੇ ਆਧੁਨਿਕ ਹੁੰਦੇ ਹਨ, ਪਾਲਦੇ ਪਰੰਪਰਾ ਹਨ, ਪਹਿਨਦੇ ਆਧੁਨਿਕਤਾ ਹਨ। ਨਜਾਇਜ਼ ਸਬੰਧਾਂ ਵਿੱਚ ਆਤਮਘਾਤ ਨਹੀਂ ਕੀਤਾ ਜਾਂਦਾ। ਜਿਹੜਾ ਰੁਕਾਵਟ ਬਣਦਾ ਹੈ ਉਸ ਦਾ ਕਤਲ ਹੁੰਦਾ ਹੈ। ਵਿਰੋਧ ਵਿੱਚ ਅਸੀਂ ਆਪਣੀ ਹੋਂਦ ਤੋਂ ਵੀ ਪਹਿਲਾਂ ਆਪਣੇ ਵਿਰੋਧੀ ਦੀ ਹੋਂਦ ਨੂੰ ਸਵੀਕਾਰ ਕਰਦੇ ਹਾਂ। ਵੈਰ ਵਿੱਚ ਦੂਜੇ ਦੀ ਹੋਂਦ ਨੂੰ ਮਿਟਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਹਿੰਦੂ ਧਰਮ ਵਿੱਚ ਸੁਖਾਂਤ ਦਾ ਹੀ ਸੰਕਲਪ ਹੈ। ਭਾਰਤ ਵਿੱਚ ਦੁਖਾਂਤ ਦਾ ਸੰਕਲਪ ਇਸਲਾਮ ਨਾਲ ਆਇਆ। ਵਾਰਿਸ ਮੁਸਲਮਾਨ ਸੀ। ਉਸ ਦੀ ਹੀਰ ਦਾ ਕਿੱਸਾ ਦੁਖਾਂਤ ਹੈ। ਸਾਰੇ ਪ੍ਰਸਿੱਧ ਕਿੱਸਾਕਾਰ ਮੁਸਲਮਾਨ ਸਨ। ਸਾਰੇ ਕਿੱਸੇ ਦੁਖਾਂਤ ਹਨ। ਕਿਸੇ ਸੱਭਿਆਚਾਰ ਦਾ ਮੁੱਖ ਪੇਸ਼ਾ ਹੀ ਉਸ ਦੇ ਸੱਭਿਆਚਾਰ ਸਮਾਜ ਦਾ ਆਧਾਰ ਬਣਦਾ ਹੈ। ਪੰਜਾਬੀਆਂ ਦਾ ਮੁੱਖ ਪੇਸ਼ਾ ਖੇਤੀ ਹੈ। ਖੇਤ ਅਤੇ ਖੇਤੀ ਪੰਜਾਬੀ ਚੇਤਨਾ ਦਾ ਆਧਾਰ ਹਨ। ਇਸੇ ਕਰਕੇ ਬਾਂਝ ਇਸਤਰੀ ਬੰਜਰ ਕਹੀ ਜਾਂਦੀ ਹੈ। ਮਨੁੱਖ ਚਾਹੁੰਦਾ ਟਿਕਾਊ ਹੈ, ਪਰ ਯਤਨ ਟਕਰਾਓ ਵਾਲੇ ਕਰਦਾ ਹੈ। ਵਿਆਹ ਵਿੱਚ ਲਾੜੇ ਦੇ ਮਨੋਰੰਜਨ ਦੀ ਜ਼ਿੰਮੇਵਾਰੀ ਲਾੜੀ ਦੀਆਂ ਸਹੇਲੀਆਂ ਦੀ ਹੁੰਦੀ ਹੈ। ਲਾੜਾ ਜਿਹੋ ਜਿਹਾ ਮਨੋਰੰਜਨ ਚਾਹੇ ਉਹੋ ਜਿਹਾ ਕਰ ਦਿੰਦੀਆਂ ਹਨ। ਹਾਸੇ ਮਖੌਲ ਵਾਲਾ ਜਾਂ ਚੁੰਡੀਆਂ ਵਾਲਾ। ਮਨੁੱਖੀ ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਭੋਜਨ ਅਤੇ ਕਾਮ ਦੀ ਭੁੱਖ ਮਨੁੱਖ ਨੂੰ ਕਰਮਸ਼ੀਲ ਬਣਾਈ ਰੱਖਦੀ ਹੈ। ਸ਼ਬਦ ਥੋੜ੍ਹੇ ਅਤੇ ਅਰਥ ਬਹੁਤੇ ਚੰਗੀ ਰਚਨਾ ਦੀ ਪਛਾਣ ਹੁੰਦੇ ਹਨ। ਵਿਆਹ ਤੋਂ ਪਹਿਲਾਂ ਪੁਰਸ਼ ਇਸਤਰੀ ਦਾ ਪਿੱਛਾ ਕਰਦਾ ਹੈ। ਪਤਨੀ ਬਣ ਕੇ ਇਸਤਰੀ ਪੁਰਸ਼ ਦੇ ਪਿੱਛੇ ਅਤੇ ਕਦੇ ਕਦੇ ਨਾਲ ਚੱਲਦੀ ਹੈ, ਪਰ ਹਰ ਵੇਲੇ ਪੁਰਸ਼ ਨੂੰ ਦੱਸਦੀ ਰਹਿੰਦੀ ਹੈ ਕਿ ਸੱਜੇ ਮੁੜ, ਸਿੱਧਾ ਤੁਰ, ਖੱਬੇ ਵੇਖ। ਭਾਰਤ ਵਾਸੀਆਂ ਦੀ ਮੂਲ ਇੱਛਾ ਆਪਣਾ ਅਗਲਾ ਜਨਮ ਸੰਵਾਰਨ ਦੀ ਹੈ, ਸੋ ਇਸ ਜਨਮ ਵਿੱਚ ਵੀ ਉਹ ਕੋਈ ਉਥਲ ਪੁਥਲ ਪਸੰਦ ਨਹੀਂ ਕਰਦੇ। ਹਰ ਅਹੁਦੇ ਦੇ ਸੁੱਖ ਵੀ ਹੁੰਦੇ ਹਨ, ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ, ਪਰੇਸ਼ਾਨੀਆਂ ਅਤੇ ਬੰਧਨ ਵੀ ਹੁੰਦੇ ਹਨ। ਵਿਆਹ ਦਾ ਸੁਨਹਿਰੀ ਕਾਲ ਲਗਭਗ 40 ਮਹੀਨੇ ਚੱਲਦਾ ਹੈ। ਇਸ ਉਪਰੰਤ ਇਸਤਰੀ ਪੁਰਸ਼ ਵਰੀ ਦਾਜ ਦੇ ਕੱਪੜੇ ਤੋਹਫ਼ੇ ਹੰਢਾ ਕੇ ਆਪਣੀਆਂ ਅਸਲੀ ਆਦਤਾਂ ਅਨੁਸਾਰ ਵਿਹਾਰ ਕਰਨ ਲੱਗ ਪੈਂਦੇ ਹਨ। ਕਈ ਕਾਲੇ ਜੋੜੇ 40 ਦਿਨਾਂ ਵਿੱਚ ਹੀ ਆਪਣੀ ਅਸਲੀਅਤ ਪ੍ਰਗਟਾ ਦਿੰਦੇ ਹਨ। ਭਾਰਤ ਵਾਸੀ ਕ੍ਰਾਂਤੀ ਨਾਲੋਂ ਸੁਧਾਰ ਨੂੰ ਵਧੇਰੇ ਪਸੰਦ ਕਰਦੇ ਹਨ, ਪਰ ਸੁਧਾਰ ਸ਼ਬਦ ਨਹੀਂ ਵਰਤਦੇ ਕ੍ਰਾਂਤੀ ਹੀ ਹਨ। ਧਰਮ ਦਾ ਪੈਂਤੜਾ ਸੁਧਾਰ ਵਾਲਾ ਹੁੰਦਾ ਹੈ, ਕ੍ਰਾਂਤੀ ਵਾਲਾ ਨਹੀਂ। ਜਦੋਂ ਪਾਠਕ ਕੋਲ ਲੇਖਕ ਦੇ ਸ਼ਬਦਾਂ ਦੇ ਅਰਥ ਪਹੁੰਚ ਜਾਂਦੇ ਹਨ ਤਾਂ ਸ਼ਬਦਾਂ ਦਾ ਕੰਮ ਮੁੱਕ ਜਾਂਦਾ ਹੈ, ਜਿਵੇਂ ਯਾਤਰਾ ਕਰਨ ਉਪਰੰਤ ਟਿਕਟ ਦਾ ਕੰਮ ਮੁੱਕ ਜਾਂਦਾ ਹੈ। ਜੇ ਤੁਹਾਡੀ ਕੋਈ ਕਹਾਣੀ ਨਹੀਂ ਤਾਂ ਤੁਸੀਂ ਵੀ ਨਹੀਂ। ਸਵੈ ਭਰੋਸੇ ਨਾਲ ਭਰੇ ਹੋਏ ਵਿਅਕਤੀ ਨੂੰ ਲੋਕਾਂ ਦੀ ਪ੍ਰਸ਼ੰਸਾ ਜਾਂ ਆਲੋਚਨਾ ਦੀ ਪਰਵਾਹ ਨਹੀਂ ਹੁੰਦੀ। ਕਿਸੇ ਚੰਗੇ ਬੰਦੇ ਅੱਗੇ ਨਿਵਣ ਨਾਲ ਅਸੀਂ ਉੱਚੇ ਹੋ ਗਏ ਮਹਿਸੂਸ ਕਰਦੇ ਹਾਂ। ਕੁਝ ਜ਼ਰੂਰ ਹੁੰਦੇ ਹਨ ਜਿਨ੍ਹਾਂ ਵਿੱਚ ਬਾਜ਼ ਵਾਂਗ ਹਵਾ ਤੋਂ ਉਲਟ ਉਡਾਰੀਆਂ ਭਰਨ ਦਾ ਹੌਸਲਾ ਹੁੰਦਾ ਹੈ। ਦੇਸ਼ ਦੇ ਅਨੇਕਾਂ ਵਿਕਾਸ ਸ਼ਹਿਰਾਂ ਤੱਕ ਹੀ ਰਹਿ ਜਾਂਦੇ ਹਨ। ਪਿੰਡਾਂ ਤੱਕ ਪਹੁੰਚਦੇ ਪਹੁੰਚਦੇ ਇਹ ਮਸਲੇ ਕੁਝ ਦੇ ਕੁਝ ਬਣ ਜਾਂਦੇ ਹਨ। ਜ਼ਿੰਦਗੀ ਸਭ ਚੀਜ਼ਾਂ ਤੋਂ ਵੱਡੀ ਅਤੇ ਸੋਹਣੀ ਹੈ। ਜਿਹੜੀ ਚੀਜ਼ ਜ਼ਿੰਦਗੀ ਨੂੰ ਰੋਕਦੀ ਹੈ ਉਹ ਕੁਝ ਹੀ ਹੋ ਸਕਦੀ ਹੈ। ਪਾਪ ਦੇ ਖਿਲਾਫ ਲੜ ਕੇ ਮਨੁੱਖ ਪਵਿੱਤਰ ਹੋ ਜਾਂਦਾ ਹੈ। ਜੋ ਪਹਿਲਾਂ ਮਿਲਣੀਆਂ ਹੁੰਦੀਆਂ ਹਨ ਉਹ ਰਿਸ਼ਤਾ ਵਿਗੜਨ ਨਾਲ ਮੁਕੱਦਮੇ ਦੀਆਂ ਤਰੀਕਾਂ ਬਣ ਜਾਂਦੀਆਂ ਹਨ। ਇਸਤਰੀ ਜੀ ਜੀ ਕਹਿ ਕੇ ਤੂੰ ਅਖਵਾਉਂਦੀਆਂ ਹਨ।
ਸੰਸਾਰ ਵਿੱਚ ਲੋਕਤੰਤਰ ਦਾ ਜਨਮਦਾਤਾ ਰੋਮ ਸੀ, ਜਿਹੜਾ ਗੁਲਾਮ ਪ੍ਰਥਾ ਦਾ ਪਾਲਣਹਾਰ ਵੀ ਸੀ। ਸੰਸਾਰ ਵਿੱਚ ਸੁੱਖ ਤਾਂ ਕਰਮਾਂ ਨਾਲ ਮਿਲਣਗੇ, ਸ਼ਾਂਤੀ ਉਤਨੀ ਮਿਲੇਗੀ ਜਿਤਨੀ ਪਤਨੀ ਦੇਵੇਗੀ। ਹਿੰਦੀ ਦੇ ਪ੍ਰਸਿੱਧ ਗਲਪਕਾਰ ਮੁਨਸ਼ੀ ਪ੍ਰੇਮਚੰਦ ਦਾ ਅਸਲ ਨਾਂ ਧਨਪਤ ਰਾਏ ਸੀ। ਧਨ ਤਾਂ ਹੈ ਨਹੀਂ ਸੀ, ਆਪਣੀ ਪਤ ਬਚਾਉਣ ਵਾਲਾ ਨਾਂ ਪ੍ਰੇਮਚੰਦ ਰੱਖ ਲਿਆ। ਅਧਿਆਪਕ ਲੱਗ ਗਏ। ਅਧਿਆਪਕ ਤਾਂ ਲੱਗਦੇ ਨਹੀਂ ਸਨ, ਮੁਨਸ਼ੀ ਕਹੇ ਜਾਣ ਲੱਗ ਪਏ। ਦੋਸਤ ਅਤੇ ਸਹੇਲੀਆਂ ਤਾਂ ਸਕੂਲਾਂ ਵਿੱਚ ਹੀ ਹੁੰਦੇ ਹਨ, ਕਾਲਜਾਂ ਵਿੱਚ ਸੰਧੀਆਂ ਅਤੇ ਸਮਝੌਤੇ ਹੁੰਦੇ ਹਨ। ਜਿੱਥੇ ਬੁੱਧੀਮਾਨ ਵਧੇਰੇ ਹੋਣਗੇ, ਉੱਥੇ ਝਗੜੇ ਵਧੇਰੇ ਹੋਣਗੇ, ਮੁਕੱਦਮੇ ਵਧੇਰੇ ਹੋਣਗੇ। ਰਾਮ ਦੁਆਪਰ ਯੁੱਗ ਦੇ ਸਨ, ਮਰਿਆਦਾ ਪੁਰਸ਼ੋਤਮ। ਕ੍ਰਿਸ਼ਨ ਤ੍ਰੇਤਾ ਯੁੱਗ ਦੇ ਸਨ, ਲੀਲਾ ਪੁਰਸ਼ੋਤਮ। ਨਾਨਕ ਕਲ ਯੁੱਗ ਦੇ ਹਨ, ਭਗਤੀ ਪੁਰਸ਼ੋਤਮ। ਮਗਰਮੱਛ ਵਾਲੇ ਅੱਥਰੂ ਹੀ ਨਹੀਂ ਹੁੰਦੇ, ਮਗਰਮੱਛ ਵਾਲੀ ਮੁਸਕਰਾਹਟ ਵੀ ਹੁੰਦੀ ਹੈ। ਸੋਚੋਗੇ ਦੂਰ ਨਿਕਲ ਜਾਓਗੇ, ਕੁਝ ਸੋਚਣਾ ਹੈ ਤਾਂ ਦੂਰ ਨਿਕਲ ਜਾਓ। ਕਵੀ ਬੋਲਦੇ ਹਨ, ਮਹਾਨ ਕਵੀ ਗੂੰਜਦੇ ਵੀ ਹਨ। ਜ਼ਾਲਮ ਵੀ ਫੋਟੋ ਮੁਸਕਰਾ ਕੇ ਹੀ ਖਿਚਵਾਉਂਦੇ ਹਨ। ਨਿਰਾਸ਼ ਆਦਮੀ ਨੂੰ ਲੋਕ ਦੂਰੋਂ ਹੀ ਸਲਾਮ ਕਰਦੇ ਹਨ। ਭਾਰਤ ਵਿੱਚ ਜਦੋਂ ਵੀ ਕੋਈ ਕਿਸੇ ਨੂੰ ਪਿਆਰ ਕਰਦਾ ਹੈ, ਕਿਸੇ ਨਾ ਕਿਸੇ ਦੀ ਅੱਖ ਵਿੱਚ ਟੀਰ ਪੈਦਾ ਹੋ ਜਾਂਦਾ ਹੈ। ਕਈ ਇਤਨੇ ਵੱਡੇ ਹੋ ਜਾਂਦੇ ਹਨ ਕਿ ਆਪਣੇ ਆਪ ਨੂੰ ਵੀ ਨਹੀਂ ਦਿਸਦੇ। ਜਦੋਂ ਵੀ ਹਨੇਰੇ ਵਿੱਚ ਇਕੱਲੀ ਔਰਤ ਵੇਖੋ ਤਾਂ ਵੇਖਣਾ ਕਿ ਉਸਨੇ ਤੁਹਾਡੇ ਉੱਥੇ ਹੋਣ ਦਾ ਡਰ ਕਿਵੇਂ ਛੁਪਾਇਆ ਹੋਇਆ ਹੈ। ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ, ਯਾਦ ਉਹੀ ਆਉਂਦੇ ਹਨ। ਅਮਰੀਕਾ ਬਹੁਤ ਵੱਡੀ ਅੱਖ ਹੈ, ਜਿਹੜੀ ਸਾਰਿਆਂ ਨੂੰ ਵੇਖ ਰਹੀ ਹੈ। ਕਿਤਾਬ ਕਾਪੀ ਉੱਥੇ ਹਾਸ਼ੀਆ, ਲਿਖਤ ਵਿੱਚ ਹਵਾ ਅਤੇ ਰੋਸ਼ਨੀ ਲਈ ਹੁੰਦਾ ਹੈ। ਗੁਆਚੀ ਚੀਜ਼ ਦਾ ਮਹੱਤਵ ਉਸਦੇ ਗੁਆਚੀ ਹੋਣ ਕਾਰਨ ਹੁੰਦਾ ਹੈ। ਜ਼ਿੰਦਗੀ ਵਿੱਚ ਸਭ ਤੋਂ ਵੱਧ ਲੜਾਈਆਂ ਉਮੀਦ ਲੜਦੀ ਹੈ। ਅਸੀਂ ਅਨੇਕਾਂ ਫੈਸਲੇ ਕੀਤੇ ਤਾਂ ਬਹੁਤ ਪਹਿਲਾਂ ਹੁੰਦੇ ਹਨ, ਦੱਸਣ ਦੀ ਹਿੰਮਤ ਬੜੀ ਦੇਰ ਮਗਰੋਂ ਉਪਜਦੀ ਹੈ। ਕਈ ਫੈਸਲਿਆਂ ਨੂੰ ਜੀਵਨ ਵਿੱਚ ਲਾਗੂ ਕਰਨ ਦਾ ਵਕਤ ਅਕਸਰ ਮਿਲਦਾ ਹੀ ਨਹੀਂ। ਜਦੋਂ ਸਾਡਾ ਕੋਈ ਵਿਸ਼ਵਾਸ ਉਸਰ ਜਾਂਦਾ ਹੈ ਤਾਂ ਅਸੀਂ ਉਸਨੂੰ ਗਲਤ ਜਾਂ ਝੂਠਾ ਸਾਬਤ ਕਰਨ ਵਾਲਾ ਤਰਕ ਸੁਣਦੇ ਹੀ ਨਹੀਂ। ਜਿਸ ਦੀਆਂ ਲਿਖਤਾਂ ਧਿਆਨ ਖਿੱਚਣਗੀਆਂ, ਉਹ ਸੋਚਣ ਲਈ ਮਜਬੂਰ ਵੀ ਕਰਨਗੀਆਂ। ਜ਼ਿੰਦਗੀ ਦੇ ਅੰਤਲੇ ਪੜਾਅ ਵਿੱਚ ਪਤਾ ਲੱਗਦਾ ਹੈ ਕਿ ਜਿਨ੍ਹਾਂ ਚੀਜ਼ਾਂ ਬਾਰੇ ਅਸੀਂ ਬਹੁਤ ਸੋਚਿਆ, ਬਹੁਤ ਪਰੇਸ਼ਾਨ ਹੋਏ, ਉਹ ਚੀਜ਼ਾਂ ਫਜ਼ੂਲ ਸਨ। ਅਸੀਂ ਦੂਜਿਆਂ ਦੀ ਨੀਅਤ ਵਿੱਚ ਉਹ ਸਾਰੀਆਂ ਚੀਜ਼ਾਂ ਵੀ ਪਾ ਦਿੰਦੇ ਹਾਂ ਜੋ ਕਰਨ ਲਈ ਸਾਡਾ ਆਪਣਾ ਮਨ ਕਰ ਰਿਹਾ ਹੁੰਦਾ ਹੈ। ਜਿਹੜਾ ਪ੍ਰਸੰਨ ਹੋਵੇਗਾ ਉਹ ਬੋਲੇਗਾ, ਕਿਉਂਕਿ ਬੋਲਣਾ ਪ੍ਰਸੰਨਤਾ ਵੰਡਣ ਖਿਲਾਰਨ ਦਾ ਢੰਗ ਹੁੰਦੀ ਹੈ। ਕਈ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਗੰਭੀਰ ਹੋ ਜਾਂਦੇ ਹਨ। ਕਈ ਵੱਡੇ ਵੱਡੇ ਖਤਰਿਆਂ ਦੀ ਪਰਵਾਹ ਨਹੀਂ ਕਰਦੇ। ਇਸ ਨੂੰ ਸੁਭਾਅ ਕਹਿੰਦੇ ਹਨ। ਪਰਵਾਹ ਨਾ ਕਰਨ ਵਾਲੇ ਅਕਸਰ ਜੀਵਨ ਵਧੇਰੇ ਮਾਣਦੇ ਹਨ, ਉਹ ਪ੍ਰਯੋਗ ਵਧੇਰੇ ਕਰਦੇ ਹਨ ਅਤੇ ਉਹ ਸਫਲ ਵੀ ਵਧੇਰੇ ਹੁੰਦੇ ਹਨ। ਜਿਹੜੀ ਸੋਹਣੀ ਇਸਤਰੀ ਵਧੇਰੇ ਢੱਕੀ ਕੱਜੀ ਹੁੰਦੀ ਹੈ, ਉਹ ਵਧੇਰੇ ਪ੍ਰਭਾਵਿਤ ਕਰਦੀ ਹੈ, ਕਿਉਂਕਿ ਉਹ ਪੁਰਸ਼ਾਂ ਦੀ ਕਲਪਨਾ ਨੂੰ ਵਧੇਰੇ ਟੁੰਬਦੀ ਹੈ। ਜਿਹੜੀ ਸਭ ਕੁਝ ਵਿਖਾ ਦਿੰਦੀ ਹੈ, ਉਹ ਕਲਪਨਾ ਨੂੰ ਨਹੀਂ ਟੁੰਬਦੀ, ਉਹ ਮਨ ਨੂੰ ਵੀ ਨਹੀਂ ਛੂਹੰਦੀ, ਉਹ ਕੁਝ ਪਲਾਂ ਲਈ ਸਰੀਰ ਨੂੰ ਹੀ ਉਤੇਜਿਤ ਕਰਦੀ ਹੈ। ਰੂਸ ਵਿੱਚ ਇਨਕਲਾਬ ਉਪਰੰਤ ਕ੍ਰਾਂਤੀਕਾਰੀਆਂ ਨੇ ਪਹਿਲੇ ਹਾਕਮਾਂ ਦੀਆਂ ਕਰਵਾਈਆਂ ਉਸਾਰੀਆਂ ਢਾਹ ਦਿੱਤੀਆਂ ਸਨ, ਪਰ ਉਹਨਾਂ ਨੇ ਪੁਲ ਨਹੀਂ ਢਾਹੇ, ਖੰਭੇ ਨਹੀਂ ਸੀ ਪੁੱਟੇ। ਇਹ ਵੀ ਤਾਂ ਪਹਿਲੇ ਹਾਕਮਾਂ ਨੇ ਬਣਵਾਏ ਲਗਵਾਏ ਸਨ। ਜਦੋਂ ਕਿਸੇ ਦੀ ਸੁੰਦਰਤਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਪ੍ਰਗਟਾਈ ਨਹੀਂ ਜਾ ਸਕਦੀ, ਤਾਂ ਅਰਥ ਇਹ ਨਹੀਂ ਹੁੰਦਾ ਕਿ ਉਸਨੂੰ ਪ੍ਰਗਟਾਉਣਾ ਸੰਭਵ ਨਹੀਂ।
ਸਗੋਂ ਇਹ ਹੁੰਦਾ ਹੈ ਕਿ ਕੋਈ ਪ੍ਰਗਟਾਵਾ ਸੰਤੋਖਜਨਕ ਨਹੀਂ ਹੋਵੇਗਾ। ਜੋ ਕੁਝ ਕਰਨ ਦੀ ਹਿੰਮਤ ਹੀ ਨਹੀਂ ਤਾਂ ਵੱਡੀ ਤੋਂ ਵੱਡੀ ਯੋਗਤਾ ਵੀ ਕਿਸੇ ਕੰਮ ਨਹੀਂ ਆਵੇਗੀ। ਜੇ ਕੁਝ ਕਰਨ ਦੀ ਹਿੰਮਤ ਹੋਵੇ ਤਾਂ ਵੱਡੀ ਤੋਂ ਵੱਡੀ ਸਮੱਸਿਆ ਵੀ ਰਾਹ ਨਹੀਂ ਰੋਕ ਸਕਦੀ। ਜਿਹੜੇ ਕੰਮ ਅਧੂਰੇ ਪਏ ਰਹਿੰਦੇ ਹਨ ਉਹਨਾਂ ਦਾ ਜਾਂ ਤਾਂ ਉਦੇਸ਼ ਸਪਸ਼ਟ ਨਹੀਂ ਹੁੰਦਾ ਜਾਂ ਕਰਨ ਦਾ ਢੰਗ ਢੁਕਵਾਂ ਨਹੀਂ ਹੁੰਦਾ। ਇਸਤਰੀ ਪੁਰਸ਼ ਦੇ ਰਿਸ਼ਤੇ ਵਿੱਚ ਤੀਜਾ ਬੰਦਾ ਕਦੇ ਗਲਤਫਹਿਮੀ ਨਹੀਂ ਉਪਜਾਉਂਦਾ, ਗਲਤਫਹਿਮੀ ਤੀਜਾ ਬੰਦਾ ਉਪਜਾਉਂਦੀ ਹੈ। ਸੁੰਦਰ ਅਤੇ ਉੱਤਮ ਉਸ ਨੂੰ ਕਹਿੰਦੇ ਹਨ ਜੋ ਵੇਖਿਆ ਜਾਵੇ ਪਰ ਜਿਸ ਦੇ ਸੰਬੰਧ ਵਿੱਚ ਕੋਈ ਸੋਚ ਸੋਚੀ ਹੀ ਨਾ ਜਾ ਸਕੇ। ਭੈੜੇ ਲੋਕ ਸਾਡਾ ਉਤਨਾ ਨੁਕਸਾਨ ਨਹੀਂ ਕਰਦੇ ਜਿਤਨਾ ਨੁਕਸਾਨ ਚੰਗਿਆਂ ਦੀ ਲਾਪਰਵਾਹੀ ਅਤੇ ਅਣਗਹਿਲੀ ਨਾਲ ਹੁੰਦਾ ਹੈ। ਲਤੀਫਾ ਤਾਂ ਹੀ ਪ੍ਰਭਾਵ ਪਾਉਂਦਾ ਹੈ ਜੇ ਇਸ ਦਾ ਸੰਦਰਭ ਸਹੀ ਹੋਵੇ। ਜਦੋਂ ਗੁੱਸਾ ਚੜ੍ਹਿਆ ਹੋਵੇ, ਜੇ ਸੰਭਵ ਹੋਵੇ ਤਾਂ ਘੜੀ ਤੇ ਵਕਤ ਵੇਖੋ, ਪਤਾ ਚੱਲ ਜਾਵੇਗਾ ਕਿ ਗੁੱਸਾ ਕਿਤਨਾ ਚਿਰ ਰਿਹਾ। ਫਿਰ ਪਛਤਾਵੇ ਦਾ ਸਮਾਂ ਵੇਖੋ, ਸੋਝੀ ਹੋ ਜਾਵੇਗੀ ਕਿ ਸੌਦਾ ਨੁਕਸਾਨ ਵਾਲਾ ਰਿਹਾ ਹੈ। ਪ੍ਰਸਿੱਧ ਵਿਅਕਤੀ ਉਹ ਹੁੰਦੇ ਹਨ ਜਿਨ੍ਹਾਂ ਦੀਆਂ ਕਹਾਣੀਆਂ ਦਾਦੀਆਂ ਆਪਣੇ ਪੋਤੇ ਪੋਤੀਆਂ ਨੂੰ ਸੁਣਾਉਂਦੀਆਂ ਹਨ। ਕਈਆਂ ਨੂੰ ਵੇਖ ਕੇ ਅਸੀਂ ਸੋਚਦੇ ਹਾਂ ਕਿ ਇਹ ਕਿਵੇਂ ਰਹਿੰਦੇ ਹੋਣਗੇ, ਕੀ ਅਤੇ ਕਿਵੇਂ ਖਾਂਦੇ ਹੋਣਗੇ। ਅਸੀਂ ਸੋਚ ਨਹੀਂ ਸਕਦੇ ਕਿ ਉਹ ਸਭ ਕੁਝ ਸਾਡੇ ਵਾਂਗ ਹੀ ਕਰਦੇ ਹਨ। ਪ੍ਰਸ਼ੰਸਾ ਨਾਲ ਅਸੀਂ ਸ਼ਕਤੀਸ਼ਾਲੀ ਮਹਿਸੂਸ ਕਰਦੇ ਹਾਂ, ਪਰ ਨਿਰੰਤਰ ਪ੍ਰਸ਼ੰਸਾ ਸਾਨੂੰ ਕਮਜ਼ੋਰ ਕਰਦੀ ਹੈ। ਜਾਇਦਾਦ ਤੋਂ ਮਿਲਣ ਵਾਲੀ ਤਸੱਲੀ ਸੂਖਮ ਹੁੰਦੀ ਹੈ। ਮੈਂ ਮਾਲਕ ਹਾਂ। ਬੈਂਕ ਵਿਚਲੀ ਰਾਸ਼ੀ ਤੋਂ ਮਿਲਣ ਵਾਲੀ ਧਰਵਾਸ ਸਥੂਲ ਹੁੰਦੀ ਹੈ। ਮੇਰੇ ਕੋਲ ਹੈ। ਮਨ ਦੇ ਸਾਹਮਣੇ ਜੇ ਕਈ ਮਸਲੇ ਹੋਣ ਤਾਂ ਅੱਧੇ ਨਾਲੋਂ ਵੱਧ ਕਲਪਨਾ ਹੁੰਦੇ ਹਨ। 80 ਸਾਲ ਦੀ ਉਮਰ ਉਪਰੰਤ ਮਨੁੱਖ ਮਰਨ ਤੋਂ ਨਹੀਂ ਡਰਦਾ। ਉਹ ਬਿਮਾਰੀ ਦੀ ਥਾਂ ਅਚਾਨਕ ਮਰਨ ਦਾ ਇੱਛੁਕ ਹੋ ਜਾਂਦਾ ਹੈ। ਉਹ ਮੌਤ ਤੋਂ ਨਹੀਂ ਡਰਦਾ, ਉਹ ਅਧਰੰਗ ਤੋਂ, ਟੁੱਟੇ ਚੁੱਲ੍ਹੇ ਤੋਂ ਡਰਦਾ ਹੈ। ਜੇ ਕੋਈ ਕੀਮਤੀ ਅਦਭੁਤ ਚੀਜ਼ ਅਚਾਨਕ ਲੱਭ ਜਾਵੇ ਤਾਂ ਉਸ ਪ੍ਰਤੀ ਸਾਡਾ ਵਿਹਾਰ ਬੱਚਿਆਂ ਵਾਲਾ ਹੋਵੇਗਾ, ਕਿਉਂਕਿ ਹੈਰਾਨ ਹੋਣਾ ਬੱਚਿਆਂ ਦਾ ਖੇਤਰ ਹੈ। ਬਾਜ਼ਾਰ ਵਿੱਚ ਬੱਚੇ ਅਕਸਰ ਹੰਢਣਸਾਰ ਲਾਭਕਾਰੀ ਚੀਜ਼ ਪਸੰਦ ਨਹੀਂ ਕਰਨਗੇ, ਕਿਉਂਕਿ ਉਹਨਾਂ ਕੋਲ ਯਥਾਰਥ ਨਹੀਂ ਹੁੰਦਾ, ਕਲਪਨਾ ਹੀ ਹੁੰਦੀ ਹੈ। ਉਹ ਉਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਹਨ ਜਿਹੜੀਆਂ ਝਟਪਟ ਪ੍ਰਸੰਨਤਾ ਦੇਣ। ਜੇ ਕਿਸੇ ਲੇਖਕ ਨੂੰ ਪੜ੍ਹਿਆ ਅਤੇ ਪਸੰਦ ਕੀਤਾ ਜਾਵੇ ਤਾਂ ਉਸ ਲੇਖਕ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਗੁੱਸੇ ਨਾਲ ਹੋਣ ਵਾਲੇ ਨੁਕਸਾਨ ਦਾ ਬੀਮਾ ਨਹੀਂ ਹੁੰਦਾ। ਸੰਤਾਨ ਦੀ ਲਗਾਤਾਰ ਮਦਦ ਕਰਨ ਵਾਲੇ ਮਾਪੇ ਸੰਤਾਨ ਦਾ ਨੁਕਸਾਨ ਕਰਦੇ ਹਨ। ਅਜਿਹੀ ਸੰਤਾਨ ਸੁਤੰਤਰ ਨਹੀਂ ਹੁੰਦੀ। ਅਜਿਹੀ ਮਦਦ ਇੱਕ ਵਾਰ ਨਹੀਂ, ਵਾਰ-ਵਾਰ ਦੇਣੀ ਪਏਗੀ, ਜਿਸ ਕਾਰਨ ਮਾਪੇ ਨਿਰਾਸ਼ ਅਤੇ ਸੰਤਾਨ ਆਲਸੀ ਹੋ ਜਾਂਦੀ ਹੈ। ਹੱਸਣ ਅਤੇ ਗੁੱਸੇ ਦੌਰਾਨ ਸੋਚਿਆ ਨਹੀਂ ਜਾ ਸਕਦਾ, ਸੋਚਿਆ ਮਗਰੋਂ ਹੀ ਜਾਂਦਾ ਹੈ। ਗੁੱਸਾ ਕਿਸ਼ਤਾਂ ਵਿੱਚ ਕਰਨਾ ਸੰਭਵ ਨਹੀਂ ਹੁੰਦਾ। ਇਹ ਸਾਰਾ ਇੱਕੋ ਵਾਰ ਕਰਨਾ ਪੈਂਦਾ ਹੈ। ਸਾਰਾ ਬਾਰੂਦ ਇੱਕੋ ਵਾਰ ਝੋਕਣਾ ਪੈਂਦਾ ਹੈ। ਪਿਆਰ ਕਰਨ ਵਾਸਤੇ ਮਨੁੱਖ ਨੂੰ ਬਦਲਣਾ ਪੈਂਦਾ ਹੈ ਤਾਂ ਕਿ ਉਹ ਇੱਕ ਦੂਜੇ ਦੇ ਮੇਚ ਆ ਜਾਣ, ਪਰ ਅਸੀਂ ਕਹਿੰਦੇ ਹਾਂ ਕਿ ਪਿਆਰ ਨੇ ਸਾਨੂੰ ਬਦਲ ਦਿੱਤਾ ਹੈ। ਡਰ ਕਾਰਨ ਹਥਿਆਰ ਦੀ ਕੁਵਰਤੋਂ ਵੱਧ ਜਾਂਦੀ ਹੈ। ਜੇ ਦੋ ਵਿਅਕਤੀ ਕਿਸੇ ਇੱਕ ਇਸਤਰੀ ਨੂੰ ਪਿਆਰ ਕਰਨ ਤਾਂ ਜ਼ਰੂਰੀ ਨਹੀਂ ਕਿ ਉਹ ਦੋਵੇਂ ਕਿਸੇ ਇੱਕ ਇਸਤਰੀ ਨੂੰ ਨਫ਼ਰਤ ਵੀ ਕਰਨਗੇ। ਵੱਖ-ਵੱਖ ਉਮਰਾਂ ਵਿੱਚ ਗੁੱਸੇ ਦੀ ਕਿਸਮ ਵੱਖਰੀ ਹੁੰਦੀ ਹੈ। ਜੇ ਕਿਸੇ ਦਾ ਹੱਸਣਾ ਸਥਿਤੀ ਅਨੁਸਾਰ ਢੁਕਵਾਂ ਨਾ ਹੋਵੇ ਤਾਂ ਇਹ ਮਾਨਸਿਕ ਰੋਗ ਦਾ ਸੰਕੇਤ ਹੁੰਦਾ ਹੈ। ਹਾਸੇ ਦੀ ਆਵਾਜ਼ ਅਤੇ ਮਿਆਦ ਦੱਸ ਦਿੰਦੀ ਹੈ ਕਿ ਹਾਸਾ ਸਿਆਣਪ ਵਾਲਾ ਹੈ ਕਿ ਮੂਰਖਤਾ ਵਾਲਾ। ਕਈ ਹਾਸੇ ਰਵਾਇਤੀ ਹੁੰਦੇ ਹਨ, ਜਿਵੇਂ ਸਹੁਰੇ ਦਾ ਜਵਾਈ ਦੇ ਲਤੀਫੇ ਤੇ ਹੱਸਣਾ। ਕਈ ਹਾਸੇ ਤੇਜ਼ਾਬੀ ਹੁੰਦੇ ਹਨ, ਜਿਵੇਂ ਜਮਾਈ ਦਾ ਧੀ ਕੋਲ ਆਈ ਸੱਸ ਦੀ ਕਿਸੇ ਗੱਲ ਤੇ ਹੱਸਣਾ।
ਨੰਗੇਜ ਵਿਖਾਇਆ ਪ੍ਰਵਾਨਗੀ ਲਈ ਜਾਂਦਾ ਹੈ, ਪਰ ਉਪਜਦੀ ਅਪਰਵਾਨਗੀ ਹੈ। ਸਾਦਗੀ ਘੱਟ ਖਰਚੀਲੀ, ਇਕਹਿਰੀ, ਸਰਲ ਅਤੇ ਉਪਯੋਗੀ ਹੋਣ ਕਰਕੇ ਚੰਗੀ ਸਮਝੀ ਜਾਂਦੀ ਹੈ। ਕਿਸੇ ਚੀਜ਼ ਦੀ ਸੁੱਤੇ ਸਿੱਧ ਮਾਲਕੀ ਨਾਲੋਂ ਉਸ ਚੀਜ਼ ਨੂੰ ਪ੍ਰਾਪਤ ਕਰਨ, ਆਪ ਉਸਾਰਨ ਦਾ ਅਨੁਭਵ ਵਧੇਰੇ ਦਿਲਚਸਪ ਹੁੰਦਾ ਹੈ। ਹਰ ਕਿਸੇ ਦੀਆਂ ਕੁਝ ਨਿੱਜੀ ਅਤੇ ਗੁਪਤ ਯਾਦਾਂ ਹੁੰਦੀਆਂ ਹਨ। ਪਕਵਾਨਾਂ ਵਾਲੀਆਂ ਕਿਤਾਬਾਂ ਪੜ੍ਹ ਕੇ ਕੋਈ ਪਕਵਾਨ ਬਣਾਉਣਾ ਉਵੇਂ ਹੀ ਸੌਖਾ ਨਹੀਂ ਹੁੰਦਾ, ਜਿਵੇਂ ਪਿਆਰ ਸੰਬੰਧੀ ਲਿਖੀਆਂ ਪੁਸਤਕਾਂ ਪੜ੍ਹ ਕੇ ਕਿਸੇ ਨੂੰ ਪਿਆਰ ਕਰਨਾ ਸੰਭਵ ਨਹੀਂ ਹੁੰਦਾ। ਵਿਆਹ ਹੁੰਦਾ ਹੈ, ਚੰਗਾ ਮਾੜਾ ਠੱਪਾ ਅਸੀਂ ਆਪ ਲਾ ਲੈਂਦੇ ਹਾਂ। ਅਜੇ ਤੱਕ ਕਿਧਰੇ ਸੋਚਣ ਤੇ ਪਾਬੰਦੀ ਨਹੀਂ ਲੱਗੀ, ਬਹੁਤੀਆਂ ਥਾਵਾਂ ਤੇ ਪ੍ਰਗਟਾਵੇ ਤੇ ਹੀ ਲੱਗਦੀ ਹੈ। ਜੇ ਮਨੁੱਖ ਦੀ ਯਾਦ ਸ਼ਕਤੀ ਨਾ ਹੁੰਦੀ ਤਾਂ ਮਨੁੱਖ ਨੇ ਬਹਿ ਕੇ ਉੱਠਣਾ ਭੁੱਲ ਜਾਣਾ ਸੀ, ਬਾਂਹ ਉੱਚੀ ਕਰਕੇ ਥੱਲੇ ਕਰਨੀ ਸੰਭਵ ਨਹੀਂ ਸੀ ਹੋਣੀ। ਘੁੰਡ ਵਾਲੀ ਇਸਤਰੀ ਵਧੇਰੇ ਸੋਹਣੀ ਲੱਗਦੀ ਹੈ, ਜ਼ਰੂਰੀ ਨਹੀਂ ਕਿ ਹੋਵੇ ਵੀ, ਕਿਉਂਕਿ ਘੁੰਡ ਕਾਰਨ ਅਸੀਂ ਉਸ ਬਾਰੇ ਕਲਪਨਾ ਵਧੇਰੇ ਕਰਦੇ ਹਾਂ। ਕਿਸੇ ਕਵਿਤਾ ਦਾ ਕੇਂਦਰੀ ਭਾਵ ਅਕਸਰ ਉਸ ਦੀਆਂ ਅਕਾਵਿਕ ਸਤਰਾਂ ਵਿੱਚ ਹੁੰਦਾ ਹੈ। ਅਸੰਭਵ ਹਮੇਸ਼ਾ ਨਵਾਂ ਰਹਿੰਦਾ ਹੈ। ਜਿਨ੍ਹਾਂ ਵਰਤਾਰਿਆਂ ਦਾ ਵਾਪਰਨਾ ਚੰਗਾ ਨਹੀਂ ਲੱਗਦਾ, ਉਹਨਾਂ ਨੂੰ ਦੁਰਘਟਨਾਵਾਂ ਕਿਹਾ ਜਾਂਦਾ ਹੈ। ਜਿਨ੍ਹਾਂ ਦਾ ਵਾਪਰਨਾ ਚੰਗਾ ਲੱਗਦਾ ਹੈ, ਉਹਨਾਂ ਨੂੰ ਅਸੀਂ ਸ਼ੁਭ ਸ਼ਗਨ ਕਹਿੰਦੇ ਹਾਂ। ਮੰਗਤੇ ਵੀ ਆਪਣੇ ਕੰਮ ਨੂੰ ਵਪਾਰ ਸਮਝਦੇ ਹਨ। ਹਰ ਮੰਗਤੇ ਦੀ ਜੁਗਤ ਵੱਖਰੀ ਹੁੰਦੀ ਹੈ। ਫਿਲਾਸਫਰਾਂ ਵਾਂਗ ਵਿਗਿਆਨੀ ਵੀ ਅਕਸਰ ਪੁਰਸ਼ ਹੀ ਹੁੰਦੇ ਹਨ। ਫਿਲਾਸਫੀ ਅਤੇ ਵਿਗਿਆਨ ਦੀਆਂ ਪੁਸਤਕਾਂ ਵਿੱਚ ਰੌਣਕ ਨਹੀਂ ਹੁੰਦੀ। ਜੇ ਯਤਨ ਕੀਤਾ ਜਾਂਦਾ ਤਾਂ ਇਹਨਾਂ ਨੂੰ ਦਿਲਚਸਪ ਬਣਾਇਆ ਜਾ ਸਕਦਾ ਸੀ, ਪਰ ਇਹ ਤਾਂ ਹੀ ਸੰਭਵ ਹੋਣਾ ਸੀ ਜੇ ਵਿਗਿਆਨੀ ਅਤੇ ਫਿਲਾਸਫਰ ਪ੍ਰੇਮੀ, ਕਵੀ, ਸੰਗੀਤਕਾਰ, ਚਿੱਤਰਕਾਰ ਆਦਿ ਵੀ ਹੁੰਦੇ। ਹਰੇਕ ਮੁਹੱਬਤ ਵਿੱਚ ਕੁਝ ਨਵਾਂ ਹੁੰਦਾ ਹੈ। ਸਾਡਾ ਪੂਜਿਆ ਜਾਣ ਵਾਲਾ ਮਹਾਂਪੁਰਸ਼ ਮੱਖਣ ਚੋਰ ਸੀ। ਦੋਸਤੀਆਂ, ਦੁਸ਼ਮਣੀਆਂ ਜਿਉਂਦਿਆਂ ਦੀ ਲੋੜ ਅਤੇ ਮਜਬੂਰੀ ਹੁੰਦੀਆਂ ਹਨ। ਜੇ ਗੁੱਸੇ ਨਾਲ ਤੁਸੀਂ ਕਿਸੇ ਨੂੰ ਨਾਰਾਜ਼ ਕੀਤਾ ਹੈ ਤਾਂ ਉਸ ਨੂੰ ਮਨਾਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ। ਝਗੜੋ ਪਰ ਲੜੋ ਨਾ। ਝਗੜਾ ਜਲਦੀ ਭੁੱਲ ਜਾਂਦਾ ਹੈ, ਲੜਾਈ ਨੂੰ ਭੁੱਲਣ ਵਿੱਚ ਦੇਰ ਲੱਗਦੀ ਹੈ। ਕਮਜ਼ੋਰ ਬੱਚੇ ਵਿੱਚ ਪਹਿਲਵਾਨ ਬਣਨ ਦੀ, ਮਧਰੇ ਲੜਕੇ ਵਿੱਚ ਉੱਚੇ ਵੱਡੇ ਕੰਮ ਕਰਨ ਦੀ, ਲੰਗੜੇ ਵਿੱਚ ਦੌੜਾਂ ਜਿੱਤਣ ਦੀ, ਮੰਗਤੇ ਵਿੱਚ ਅਮੀਰ ਹੋਣ ਦੀ, ਕਾਲੀ ਲੜਕੀ ਵਿੱਚ ਗੋਰੀ ਹੋਣ ਦੀ ਸੁਭਾਵਿਕ ਇੱਛਾ ਹੁੰਦੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।